ਰੱਬ ਨੇ ਰਾਤ ਬਣਾਈ ਸੀ, ਅਮੀਰ ਵਾਸਤੇ ਵੀ ਰਾਤ ਓਡੀ ਸੀ ਤੇ ਗਰੀਬ ਵਾਸਤੇ ਵੀ ਰਾਤ ਓਡੀ ਸੀ। ਅਮੀਰ ਵਾਸਤੇ ਵੀ ਦਿਨ ਓਨਾ ਹੀ ਸੀ, ਓਨੇ ਘੰਟਿਆਂ ਦਾ ਹੀ ਸੀ, ਤੇ ਗਰੀਬ ਵਾਸਤੇ ਵੀ ਓਨੇ ਸਮੇਂ ਦਾ ਹੀ ਸੀ। ਇਹ ਨਹੀਂ ਸੀ ਵੀ ਇਹ ਗਰੀਬ ਹੈ ਤੇ ਇਹਦੇ ਵਾਸਤੇ ਦਿਨ ਛੋਟਾ ਕਰ ਦੇਵਾਂ ਤੇ ਇਹ ਅਮੀਰ ਹੈ ਇਹਦੇ ਵਾਸਤੇ ਵੱਡਾ ਕਰ ਦੇਵਾਂ। ਪੰਜ ਤੱਤ ਉਹਨੇ ਅਮੀਰ ਨੂੰ ਵੀ ਦਿੱਤੇ ਤੇ ਪੰਜ ਤੱਤ ਗਰੀਬ ਨੂੰ ਵੀ ਦਿੱਤੇ ਹੈ। ਉਹਨੇ ਕੋਈ ਵਿਤਕਰਾ ਨਹੀਂ ਕੀਤਾ ਵੀ ਇਹ ਵੱਡੇ ਘਰ ਦਾ ਕਾਕਾ ਹੈ ਤੇ ਇਹਨੂੰ 2-4 ਤੱਤ ਵੱਧ ਦੇ ਦੇਵਾਂ। ਬਿਲਕੁਲ ਬਰਾਬਰ ਰੱਖਿਆ ਉਹਨੇ ਸਾਰਿਆਂ ਨੂੰ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ, ਪੂਰਾ ਥਾਟ ਬਣਾਇਆ ਪੂਰੇ ਵੇਖੋ ਏਕ ਸਮਾਨਾ। ਕਹਿਣ ਲੱਗੇ ਵੇਖ ਰੱਬ ਦੀ ਬਣਾਇਆ ਹੋਇਆ ਜਿਹੜਾ ਇਹ ਥਾਟ ਹੈ, ਜਿਹੜਾ ਇਹ ਸੰਸਾਰ ਹੈ, ਸਾਰੇ ਇੱਕੋ ਜਿਹੇ ਰੱਬ ਨੇ ਬਣਾਏ ਹੈ। ਪੰਜਾਂ ਤੱਤਾਂ ਦੇ ਬਣਾ ਕੇ ਸਾਰਿਆਂ ਨੂੰ ਇੱਕੋ ਜਿਹੀ ਹਵਾ, ਇੱਕੋ ਜਿਹਾ ਸੂਰਜ ਰੋਸ਼ਨੀ, ਇੱਕੋ ਜਿਹਾ ਪਵਨ ਪਾਣੀ, ਇੱਕੋ ਜਿਹੀ ਧਰਤੀ। ਬੰਦਾ ਇੱਥੇ ਆ ਕੇ ਮਾਲਕੀਆਂ ਬਣਾ ਕੇ ਬਹਿ ਗਿਆ ਵੀ ਇੰਨੀ ਦਾ ਮਾਲਕ ਹੈ, ਇੰਨੀ ਦਾ ਮਾਲਕ ਹੈ, ਪਰ ਨਹੀਂ। ਤੇ ਸਾਹਿਬ ਕਿਰਪਾ ਕਰਦੇ ਕਹਿੰਦੇ ਯਾਦ ਰੱਖੀ, ਜਿਸ ਰੱਬ ਨੇ ਸਾਰਿਆਂ ਨੂੰ ਇੱਕੋ ਜਿਹਾ ਬਣਾ ਕੇ ਭੇਜਿਆ ਏ, ਇੱਕੋ ਜਿਹੀ ਹਵਾ ਦਿੱਤੀ, ਇੱਕੋ ਜਿਹੀ ਰੋਸ਼ਨੀ ਦਿੱਤੀ, ਇੱਕੋ ਜਿਹਾ ਸੂਰਜ ਦਿੱਤਾ। ਅਮੀਰ ਦਾ ਸੂਰਜ ਵੱਖਰਾ ਨਹੀਂ, ਗਰੀਬ ਦਾ ਵੱਖਰਾ ਨਹੀਂ। ਉਹਨੇ ਬਿਲਕੁਲ ਅਮੀਰ ਦਾ ਚੰਦਰਮਾ ਵੱਖਰਾ ਨਹੀਂ, ਗਰੀਬ ਦਾ ਚੰਦਰਮਾ ਵੱਖਰਾ ਨਹੀਂ, ਬਿਲਕੁਲ ਇੱਕ ਹੈ। ਤੇ ਸਾਹਿਬ ਕਿਰਪਾ ਕਰਦੇ ਉਹਦੇ ਘਰ ਦੇ ਵਿੱਚ ਵਡਿਆਈ, ਉਹਦੇ ਬਣਾਏ ਹੋਏ ਸੰਸਾਰ ਦੇ ਵਿੱਚ ਮਾਨ ਕਿਹਨਾਂ ਨੂੰ ਮਿਲਦਾ ਹੈ? ਇਸ ਪਰਪੰਚ ਮਹਿ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ। ਜਿਹੜਾ ਸੂਬਾ ਹੁੰਦਾ ਹੈ ਉਸ ਸੂਬੇ ਦੇ ਵਿੱਚ ਉਹ ਸਰਕਾਰਾਂ ਦੇ ਵੱਖੋ ਵੱਖਰੇ ਆਪਣੇ ਕਾਨੂੰਨ ਹੁੰਦੇ ਹੈ। ਉਹ ਸਰਕਾਰਾਂ ਆਪਣੀ ਸੂਬੇ ਦੇ ਵਿੱਚ ਜਿਹੜੀਆਂ ਸੂਬੇ ਦੀਆਂ ਸਰਕਾਰਾਂ ਹੁੰਦੀਆਂ ਉਹ ਆਪੋ ਆਪਣੀ ਪ੍ਰਜਾ ਨੂੰ ਆਪਣੇ ਹਿਸਾਬ ਨਾਲ ਸਹੂਲਤਾਂ ਦਿੰਦੀਆਂ। ਜਿਸ ਹਿਸਾਬ ਨਾਲ ਉਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਉਹ ਵੱਖੋ ਵੱਖਰੇ ਤਰੀਕੇ ਨਾਲ ਚੱਲਦੀਆਂ। ਇਹ ਸੰਸਾਰ ਰੱਬ ਨੇ ਬਣਾਇਆ ਤੇ ਰੱਬ ਨੇ ਸਹੂਲਤਾਂ ਦਿੱਤੀਆਂ ਤੇ ਇਸ ਸੰਸਾਰ ਦੇ ਅੰਦਰ ਸਾਹਿਬ ਕਿਰਪਾ ਕਰਦੇ, ਇਸ ਪ੍ਰਪੰਚ ਮੈਂ, ਇਸ ਸੰਸਾਰ ਦੇ ਅੰਦਰ ਸਾਚੇ ਨਾਮ ਕੀ ਵਡਿਆਈ, ਜਿਹੜਾ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ ਹੈ, ਜਿਹੜਾ ਪ੍ਰਮਾਤਮਾ ਦੇ ਸੱਚੇ ਗਿਆਨ ਨਾਲ ਜੁੜ ਜਾਂਦਾ ਹੈ, ਜਿਹਦੇ ਅੰਦਰ ਪ੍ਰਮਾਤਮਾ ਵਾਲੇ ਰੱਬੀ ਗੁਣ ਆ ਜਾਂਦੇ ਹੈ, ਉਹਨਾਂ ਨੂੰ ਵਡਿਆਈਆਂ ਮਿਲਦੀਆਂ, ਉਹਨਾਂ 'ਤੇ ਬਖਸ਼ਿਸ਼ਾਂ ਹੁੰਦੀਆਂ। ਮਤ ਕੋ ਧਰੋ ਗਮਾਨਾ। ਸਾਹਿਬ ਕਹਿੰਦੇ ਜੇ 4 ਛਿਲੜਾਂ ਵੱਧ ਮਿਲ ਗਈਆਂ ਤੇ ਹੰਕਾਰ ਨਾ ਕਰ। ਜੇ ਕੋਠੀ ਵੱਡੀ ਮਿਲ ਗਈ ਹੈ ਤੇ ਐਵੇਂ ਮਾਨ ਨਾ ਕਰ, ਕਿਉਂਕਿ ਕਬੀਰ ਗਰਬ ਨਾ ਕੀਜੀਏ ਉੱਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ ਉੱਪਰ ਜਾਮੀ ਘਾਸ। ਕਹਿੰਦੇ ਹੰਕਾਰ ਨਾ ਕਰ ਵੀ ਮੇਰੇ ਕੋਲ ਮਹਿਲ ਬੜਾ ਵੱਡਾ ਹੈ, ਅੱਜ ਜਾਂ ਕੱਲ੍ਹ ਦੀ ਦਿਹਾੜੀ ਹੈ, ਜਿਸ ਦਿਨ ਦੁਨੀਆ ਤੋਂ ਜਾਣਾ ਹੈ ਤੇ ਇਸੇ ਸਰੀਰ ਨੇ ਮਿੱਟੀ ਹੋ ਜਾਣਾ ਤੇ ਉੱਪਰ ਘਾਹ ਉੱਗ ਪੈਣਾ ਹੈ। ਕਾਹਦਾ ਹੰਕਾਰ ਕਰਕੇ ਬੈਠਾ ਹੈ? ਇਸ ਕਰਕੇ ਸਾਹਿਬ ਜੀ ਕਿਰਪਾ ਕਰਦੇ, ਮਤ ਕੋ ਧਰੋ ਗੁਮਾਨਾ। ਕਹਿੰਦੇ ਹੰਕਾਰ ਨਾ ਕਰ। ਜੇ ਰੱਬ ਨੇ ਪਦਾਰਥ ਦਿੱਤੇ ਹੈ ਉਹਨਾਂ ਨੂੰ ਵੰਡ ਵਰਤ ਕੇ ਉਹਨਾਂ ਨੂੰ ਵਰਤ, ਉਹਨਾਂ ਦਾ ਮਾਣ ਨਾ ਕਰ ਕਿ ਇਹ ਮੇਰੇ ਪਦਾਰਥ ਹੈ, ਮੇਰਾ ਘਰ ਹੈ। ਜਿਸ ਦਿਨ ਮੇਰੀ ਮੇਰੀ ਕਰਨ ਵਾਲਾ ਵਿੱਚੋਂ ਨਿਕਲ ਗਿਆ ਸਾਰਾ ਕੁਝ ਬੇਗਾਨਾ ਹੋ ਜਾਣਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਾਜੀ ਰੁਕਨਦੀਨ ਦੇ ਨਾਲ ਜਦੋਂ ਸਵਾਲ ਜਵਾਬ ਕੀਤੇ, ਆਪਾਂ ਭਾਈ ਬਾਲੇ ਦੀ ਜਨਮ ਸਾਖੀ ਵਿੱਚ ਪੜ੍ਹਦੇ ਹਾਂ, ਤੇ ਸਤਿਗੁਰ ਪਾਤਸ਼ਾਹ ਮਹਾਰਾਜ ਨੇ ਉੱਥੇ ਕਿਹਾ ਸੀ ਕਿ ਅਸਲ ਦੇ ਵਿੱਚ ਬੰਦਾ ਇੱਥੇ ਮੇਰੀ ਮੇਰੀ ਕਰਦਾ। ਕਹਿੰਦੇ ਕਾਜੀ ਰੁਕਨਦੀਨ, ਇਹ ਬੰਦੇ ਦਾ ਸੁਭਾਅ ਹੈ। ਹਾਥੀ ਵੇ ਘੋੜੇ ਵੇ ਬੇਸਮਾਰ, ਹੋਏਂਗੇ ਗਰਕ ਕਿਛ ਲਾਗੇ ਨਾ ਬਾਰ। ਦੁਨੀਆ ਕਾ ਦੀਵਾਨਾ ਕਹੇ ਮੁਲਕ ਮੇਰਾ, ਆਈ ਮੌਤ ਸਿਰ ਪਰ ਨਾ ਮੇਰਾ ਨਾ ਤੇਰਾ। ਕੀਤੀ ਗਈ ਦੇਖ ਵਾਜੇ ਵਜਾਏ, ਵਹੀ ਏਕ ਰਹਿਸੀ ਜੋ ਸਾਚਾ ਖੁਦਾਏ। ਸਾਹਿਬ ਕਹਿੰਦੇ ਇੱਥੇ ਦੁਨੀਆ ਦੇ ਵਿੱਚ ਇੱਕ ਖੁਦਾ ਨੇ ਰਹਿਣਾ ਹੈ, ਕਾਜੀ ਰੁਕਨਦੀਨ, ਬਾਕੀ ਸਾਰਾ ਕੁਝ ਖਤਮ ਹੋ ਜਾਣਾ ਹੈ। ਬੰਦਾ ਮੇਰੀ ਮੇਰੀ ਕਰਦਾ ਹੈ। ਹਾਥੀ ਵੇ ਘੋੜੇ ਵੇ ਲਸ਼ਕਰ ਹਜ਼ਾਰ, ਹੋਏਂਗੇ ਗਰਕ ਕਿਛ ਲਾਗੇ ਨਾ ਬਾਰ। ਕੋਈ ਬਹੁਤਾ ਸਮਾਂ ਨਹੀਂ ਲੱਗਣਾ ਇਹਨਾਂ ਨੂੰ ਖਤਮ ਹੁੰਦੇ ਆ। ਦੁਨੀਆ ਕਾ ਦੀਵਾਨਾ ਕਹੇ ਮੁਲਕ ਮੇਰਾ, ਆਈ ਮੌਤ ਸਿਰ ਪਰ ਨਾ ਮੇਰਾ ਨਾ ਤੇਰਾ। ਇਹ ਹੰਕਾਰਿਆ ਹੋਇਆ ਬੰਦਾ ਕਹਿੰਦਾ ਵੀ ਇਹ ਮੇਰਾ ਘਰ ਹੈ, ਮੇਰਾ ਰਾਜ ਭਾਗ ਹੈ। ਜਦੋਂ ਮੌਤ ਆਉਂਦੀ ਹੈ ਨਾ ਤੇਰਾ ਨਾ ਰਹਿਣਾ ਨਾ ਮੇਰਾ ਰਹਿਣਾ ਹੈ।
ਇਸ ਕਰਕੇ ਸਾਹਿਬ ਕਿਰਪਾ ਕਰਦੇ ਮਤ ਕੋ ਧਰੋ ਗੁਮਾਨਾ, ਸਤਿਗੁਰ ਕੀ ਜਿਸਨੋ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ। ਜਿਹੜਾ ਗੁਰੂ ਕੋਲੋਂ ਆ ਕੇ ਅਕਲ ਲੈਂਦਾ ਏ, ਗੁਰੂ ਦੀ ਗੱਲ ਸੁਣਦਾ ਏ, ਗੁਰੂ ਦੇ ਸ਼ਬਦ ਨੂੰ ਸੁਣ ਕੇ ਉਹਦੇ ਉੱਪਰ ਚੱਲਦਾ ਏ, ਗੁਰੂ ਦੇ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਂਦਾ ਏ, ਉਹ ਫਿਰ ਗੁਰੂ ਦੇ ਵਿੱਚ ਹੀ ਸਮਾ ਜਾਂਦਾ ਏ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ, ਜਿਹਨੇ ਉਹਨੂੰ ਸਮਝ ਲਿਆ, ਉਹਦੇ ਗੁਣਾਂ ਨੂੰ ਸਮਝ ਲਿਆ, ਰੱਬੀ ਗੁਣਾਂ ਨੂੰ ਸਮਝ ਲਿਆ, ਉਹਦੇ ਵਿੱਚ ਤੇ ਫਿਰ ਰੱਬ ਵਿੱਚ ਕੋਈ ਫਰਕ ਨਹੀਂ ਰਹਿ ਗਿਆ। ਬਾਹਰੋਂ ਵੇਖਣ ਨੂੰ ਕਬੀਰ ਉਹ ਜਲਾਹਿਆ ਸੀ ਤੇ ਤਾਣੀ ਬੁਣਦਾ ਸੀ, ਪਰ ਰੱਬ ਵਾਲੇ ਗੁਣ ਸੀ ਉਹਦੇ ਅੰਦਰ, ਤੇ ਤਾਂ ਹੀ ਕਹਿ ਦਿੱਤਾ ਰਾਮ ਕਬੀਰਾ ਏਕ ਭੈ ਹੈ ਕੋਏ ਨਾ ਸਕੇ ਪਛਾਨੀ। ਭਗਤ ਰਵਿਦਾਸ ਬਾਹਰੋਂ ਤੇ ਲੋਕੀ ਚਮਾਰ ਕਹਿੰਦੇ ਸੀ, ਬੈਠਾ ਬਾਹਰ ਸੀ, ਜੋੜੇ ਗੰਢਦਾ ਪਿਆ ਸੀ, ਪਰ ਇਹ ਨਹੀਂ ਸੀ ਪਤਾ ਉਹਨੇ ਸੁਰਤ ਰੱਬ ਦੇ ਨਾਮ ਦੇ ਨਾਲ ਗੰਢੀ ਹੋਈ ਹੈ। ਅੰਦਰੋਂ ਭਗਤ ਰਵਿਦਾਸ ਦੇ ਵਿੱਚ ਤੇ ਰੱਬ ਦੇ ਵਿੱਚ ਕੋਈ ਫਰਕ ਨਹੀਂ ਸੀ। ਬਾਹਰੋਂ ਰਵਿਦਾਸ ਲੋਕਾਂ ਵਾਸਤੇ ਚਮਾਰ ਹੋਵੇਗਾ, ਲੋਕਾਂ ਵਾਸਤੇ ਜੁੱਤੀਆਂ ਗੰਢਣ ਵਾਲਾ ਹੋਵੇਗਾ, ਪਰ ਰੱਬ ਦੇ ਵਿੱਚ ਤੇ ਭਗਤ ਰਵਿਦਾਸ ਵਿੱਚ ਕੋਈ ਫਰਕ ਨਹੀਂ ਸੀ। ਸਤਿਗੁਰ ਪਾਤਸ਼ਾਹ ਜੀ ਕਿਰਪਾ ਕਰਦੇ ਇਹ ਬਾਣੀ ਜੋ ਜੀਓ ਜਾਣੇ, ਇਹ ਜਿਹੜੀ ਰੱਬੀ ਬਾਣੀ, ਧੁਰ ਕੀ ਬਾਣੀ, ਅੰਮ੍ਰਿਤਮਈ ਬਾਣੀ ਹੈ। ਜੀਓ ਭਾਵ ਕਿ ਜਿੰਦ ਤੋਂ ਜਿਹੜਾ ਅੰਦਰੋਂ ਪਿਆਰ ਕਰਦਾ ਹੈ ਗੁਰੂ ਦੀ ਬਾਣੀ ਦੇ ਨਾਲ, ਫਿਰ ਉਹਦੇ ਤਿਸ ਅੰਤਰ ਰਵੇ ਹਰ ਨਾਮਾ, ਉਹਦੇ ਅੰਦਰ ਫਿਰ ਉਹ ਰੱਬੀ ਗੁਣ ਜਿਹੜੇ ਹੈ ਉਹ ਚੱਲ ਪੈਂਦੇ ਨੇ, ਉਹ ਰੱਬੀ ਗੁਣਾਂ ਦਾ ਧਾਰਨੀ ਹੋ ਜਾਂਦਾ ਹੈ। ਇਹ ਬਾਣੀ ਪੜ੍ਹ ਕੇ ਤੇ ਉਹ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਣਾ ਸੀ। ਅਸੀਂ ਬਾਣੀ ਪੜ੍ਹੀ ਤੇ ਜ਼ਰੂਰ, ਪਰ ਜਿਹੜੇ ਉਹ ਰੱਬੀ ਗੁਣ ਰੱਬ ਨੇ ਕਹੇ ਸੀ, ਗੁਰੂ ਦੀ ਬਾਣੀ ਨੇ ਕਿਹਾ, ਕੀ ਕਿਹਾ ਸੀ, ਝੂਠ ਨਹੀਂ ਬੋਲਣਾ, ਅਸੀਂ ਉਹ ਨਹੀਂ ਛੱਡਿਆ। ਗੁਰੂ ਦੀ ਬਾਣੀ ਨੇ ਕਿਹਾ ਸੀ ਕਿਸੇ ਨਾਲ ਠੱਗੀ ਨਹੀਂ ਮਾਰਨੀ, ਅਸੀਂ ਉਹ ਨਹੀਂ ਛੱਡੀ। ਗੁਰੂ ਦੀ ਬਾਣੀ ਨੇ ਕਿਹਾ ਸੀ ਕਿਸੇ ਦੀ ਨਿੰਦਿਆ ਨਾ ਕਰੀ, ਅਸੀਂ ਉਹ ਵੀ ਨਹੀਂ ਛੱਡੀ। ਗੁਰੂ ਦੀ ਬਾਣੀ ਨੇ ਜੋ ਕਿਹਾ ਸੀ ਉਹਨੂੰ ਜ਼ਿੰਦਗੀ ਦੇ ਵਿੱਚ ਉਧਾਰ ਬਣਾਉਣਾ ਸੀ। ਗੁਰੂ ਦੀ ਬਾਣੀ ਨੂੰ ਮੰਨਣਾ ਇਹੀ ਹੁੰਦਾ ਏ। ਅਸੀਂ ਕਈ ਵਾਰੀ ਕਹਿੰਦੇ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਏ, ਤੇ ਗੁਰੂ ਗ੍ਰੰਥ ਸਾਹਿਬ ਦੀ ਮੰਨੀ ਤੇ ਕੋਈ ਵੀ ਨਹੀਂ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਤੇ ਮੰਨਾਂਗੇ ਤਾਂ ਹੀ ਨਾ, ਜੇ ਗੁਰੂ ਗ੍ਰੰਥ ਸਾਹਿਬ ਦੀ ਮੰਨਦੇ ਹੋਵਾਂਗੇ ਵੀ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਸੀ ਨਿੰਦਿਆ ਨਹੀਂ ਕਰਨੀ ਤੇ ਮੈਂ ਛੱਡ ਦਿੱਤੀ ਹੈ। ਗੁਰੂ ਗ੍ਰੰਥ ਸਾਹਿਬ ਨੇ ਕਿਹਾ ਸੀ ਕਿਸੇ ਨਾਲ ਠੱਗੀ ਨਹੀਂ ਮਾਰਨੀ, ਮੈਂ ਨਹੀਂ ਠੱਗੀ ਮਾਰਦਾ ਕਿਸੇ ਨਾਲ ਹੁਣ। ਗੁਰੂ ਗ੍ਰੰਥ ਸਾਹਿਬ ਨੇ ਕਿਹਾ ਸੀ ਕਿਸੇ ਨਾਲ ਹੀਰਾ ਫੇਰੀ ਨਹੀਂ ਕਰਨੀ, ਮੈਂ ਨਹੀਂ ਹੁਣ ਹੀਰਾ ਫੇਰੀ ਕਰਦਾ। ਮੰਨੀ ਤੇ ਕੁਝ ਨਹੀਂ, ਮੰਨੀਆਂ ਤੇ ਸਾਰੀਆਂ ਆਪਣੇ ਮੰਨਦੀਆਂ ਸੀ, ਫਿਰ ਗੁਰੂ ਗ੍ਰੰਥ ਸਾਹਿਬ ਨੂੰ ਕਿਵੇਂ ਮੰਨਦੇ ਹੋਏ ਅਸੀਂ? ਕੱਲਾ ਮੱਥਾ ਟੇਕਣ ਦੇ ਨਾਲ ਨਹੀਂ ਮੰਨਿਆ ਜਾਂਦਾ। ਕੱਲਾ ਮੱਥਾ ਟੇਕਣ ਵਾਲੇ ਨੂੰ ਤੇ ਸਤਿਗੁਰਾਂ ਨੇ, ਗੁਰੂ ਨਾਨਕ ਸਾਹਿਬ ਨੇ ਆਸਾ ਦੀ ਵਾਰ ਦੇ ਵਿੱਚ ਕਿਹਾ ਹੈ, ਕਹਿੰਦੇ ਜਿਹੜਾ ਭਾਰਾ ਪਾਸਾ ਹੁੰਦਾ ਕਈ ਵਾਰੀ ਉਹੀ ਨਹੀਂ ਹੁੰਦਾ ਤੇ ਹੌਲਾ ਪਾਸਾ ਉੱਪਰ ਚੁੱਕਿਆ ਜਾਂਦਾ ਹੈ। ਤੂੰ ਵੀ ਜਦੋਂ ਮੱਥਾ ਟੇਕਣ ਲੱਗਦਾ ਹੀ ਆਪਣੇ ਅੰਦਰ ਝਾਤੀ ਮਾਰ ਕੇ ਵੇਖ, ਤੇਰੇ ਅੰਦਰ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵੱਡੇ ਵੱਡੇ ਪੱਥਰ ਜਿਹੜੇ ਹੈ ਉਹ ਤੇ ਤੈਨੂੰ ਨਿਵਣ ਹੀ ਨਹੀਂ ਦਿੰਦੇ। ਤੇਰਾ ਮਨ ਤੇ ਬੜੀਆਂ ਉੱਚੀਆਂ ਉਡਾਰੀਆਂ ਮਾਰਦਾ ਪਿਆ, ਕੱਲਾ ਸਿਰ ਹੀ ਨਿਵਿਆ ਹੈ, ਮਨ ਤੇ ਤੇਰਾ ਨਿਵਿਆ ਹੀ ਨਹੀਂ ਗਾ। ਨਿਵਾਉਣਾ ਤੇ ਮਨ ਨੂੰ ਸੀ। ਮਨ ਕਿਤੇ ਨਿਮ ਜਾਂਦਾ, ਮਨ ਕਿਤੇ ਕਹਿੰਦਾ ਜਦੋਂ ਗੁਰੂ ਦੀ ਬਾਣੀ ਸੁਣਦਾ, ਮਨ ਆ ਕੇ ਗੁਰੂ ਦੇ ਅੱਗੇ ਰੋਂਦਾ, ਧਾਹਾਂ ਮਾਰਦਾ ਕਿ ਮਹਾਰਾਜ ਆ ਜਿਹੜੇ ਤੁਸੀਂ ਸ਼ਬਦ ਕਹੇ ਆ ਗੁਰਬਾਣੀ ਦੇ, ਇੱਕ ਇੱਕ ਸ਼ਬਦ ਮੇਰੀ ਜ਼ਿੰਦਗੀ ਦੇ ਉੱਪਰ ਢੁਕਦਾ ਏ। ਮੈਂ ਵਾਕਿਆ ਹੀ ਬੜੇ ਗੁਨਾਹ ਕੀਤੇ ਐ, ਵਾਕਿਆ ਹੀ ਬੜੀਆਂ ਨਾ ਹੀਰਾ ਫੇਰੀਆਂ ਕੀਤੀਆਂ ਏ, ਵਾਕਿਆ ਜ਼ਿੰਦਗੀ ਵਿੱਚ ਬੜੀਆਂ ਠੱਗੀਆਂ ਮਾਰੀਆਂ ਏ, ਤੇ ਕਿਰਪਾ ਕਰਕੇ ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਸਾਡੇ ਔਗਣਾਂ ਦੀ ਗਿਣਤੀ ਨਾ ਕਰੀ। ਜੇ ਕਿਤੇ ਤੂੰ ਸਾਡੀ ਔਗਣਾਂ ਦੀ ਗਿਣਤੀ ਕਰਨ ਲੱਗ ਪਿਆ, ਅਸੀਂ ਕਦੇ ਛੁੱਟ ਹੀ ਨਹੀਂ ਸਕਦੇ। ਪਰ ਅਸੀਂ ਤੇ ਆਪਣੀ ਵਡਿਆਈ ਗਿਣਦੇ ਹਾਂ ਵੀ ਮੈਂ ਆਹ ਕੰਮ ਕਰ ਦਿੱਤਾ, ਮੈਂ ਉਹ ਚੰਗਾ ਕੰਮ ਕੀਤਾ। ਕਹਿੰਦੇ ਕੋਈ ਸਾਧੂ ਸੀ, ਮਹਾਤਮਾ, ਉਹਨੇ 12 ਸਾਲ ਇੱਕ ਪੱਥਰ ਦੀ ਸਿਲ ਦੇ ਉੱਪਰ ਬਹਿ ਕੇ ਰੱਬ ਦੀ ਭਗਤੀ ਕੀਤੀ, ਖੁਦਾ ਦੀ ਇਬਾਦਤ ਕੀਤੀ। ਉਹਨੇ ਹਮੇਸ਼ਾ ਇਹੀ ਕਿਹਾ ਕਰਨਾ, ਖੁਦਾ ਅਦਲ ਕਰ। ਅਦਲ, ਅਦਲ ਦਾ ਅਰਥ ਹੁੰਦਾ ਨਿਆਂ ਕਰਨਾ। ਫਾਰਸੀ ਦੇ ਵਿੱਚ ਅਦਲ ਨੂੰ ਕਹਿੰਦੇ ਨਿਆਂ ਕਰਨਾ। ਉਹਨੇ ਜਦੋਂ ਕਹਿਣਾ, ਉਹਨੇ ਕਹਿਣਾ ਖੁਦਾ ਅਦਲ ਕਰ। ਇੱਕ ਉਸੇ ਜੰਗਲ ਦੇ ਵਿੱਚ ਇੱਕ ਆ ਜਿਹੜੀ ਭੇਡਾਂ ਬੱਕਰੀਆਂ ਚਾਰਦਾ ਹੁੰਦਾ ਸੀ, ਤੇ ਜਦੋਂ ਉਹਨੇ ਉਹ ਖੁਦਾ ਦੇ ਪੀਰ ਨੂੰ ਉੱਥੇ ਬੈਠੇ ਸਿਰ ਦੇ ਉੱਪਰ ਬੈਠੇ ਵੇਖਣਾ, ਤੇ ਉਹਨੇ ਹਰ ਵਕਤ ਕਹਿਣਾ ਖੁਦਾ ਅਦਲ ਕਰ, ਅਦਲ ਕਰ, ਨਿਆਂ ਕਰ। ਤੇ ਜਿਹੜਾ ਭੇਡਾਂ ਬੱਕਰੀਆਂ ਚਾਰਨ ਵਾਲਾ ਸੀ ਨਾ, ਉਹਨੇ ਝੋਲੀ ਅੱਡ ਕੇ ਕਿਹਾ ਕਰਨਾ ਖੁਦਾ ਫਜ਼ਲ ਕਰ। ਫਜ਼ਲ, ਫਜ਼ਲ ਦਾ ਅਰਥ ਹੁੰਦਾ ਤਰਸ ਕਰਨਾ।
ਉਹਨੇ ਕਿਹਾ ਖੁਦਾ ਅਦਲ ਨਾ ਕਰੀ, ਜੇ ਤੂੰ ਨਿਆਂ ਕਰਨ ਲੱਗ ਪਿਆ ਤੇ ਸਾਡੇ ਗੁਨਾਹ ਇੰਨੇ ਅਸੀਂ ਸੁੱਟ ਹੀ ਨਹੀਂ ਸਕਦੇ, ਤੂੰ ਤਰਸ ਕਰ, ਫਜ਼ਲ ਕਰ, ਸਾਡੇ ਗੁਨਾਹਾਂ ਦੀ ਗਿਣਤੀ ਨਾ ਕਰ। ਕਹਿੰਦੇ ਅਚਾਨਕ ਕੀ ਹੋਇਆ, ਇਹ ਮੁਸਲਮਾਨਾਂ ਦੀ ਕਿਤਾਬ ਦੇ ਵਿੱਚ ਇੱਕ ਸਾਖੀ ਹੈ, ਕਹਿੰਦੇ ਦੋਵੇਂ ਇਕੱਠੇ ਚੜ੍ਹਾਈ ਕਰ ਗਏ, ਉਹ ਪੀਰ ਵੀ ਤੇ ਭੇਡਾਂ ਬੱਕਰੀਆਂ ਚਾਰਨ ਵਾਲਾ ਵੀ। ਦੋਵੇਂ ਖੁਦਾ ਦੀ ਕਚਹਿਰੀ ਦੇ ਵਿੱਚ ਗਏ। ਖੁਦਾ ਨੇ ਪੁੱਛਿਆ ਵੀ ਹਾਂ ਪੀਰਾ, ਮੰਗ ਕੀ ਮੰਗਦਾ ਏ? ਹੁਣ ਪੀਰ ਨੂੰ ਹੰਕਾਰ ਸੀ, 12 ਸਾਲ ਪੱਥਰ ਦੀ ਸਿਲ ਦੇ ਉੱਪਰ ਬਹਿ ਕੇ ਰੱਬ ਦੀ ਇਬਾਦਤ ਕੀਤੀ ਹੈ। ਉਹ ਕਹਿੰਦਾ ਜੀ ਅਦਲ ਕਰੋ, ਨਿਆਂ ਕਰੋ, ਜਿਹੜਾ ਨਿਆਂ ਬਣਦਾ ਉਹ ਨਿਆਂ ਕਰੋ। ਤੇ ਖੁਦਾ ਕਹਿੰਦਾ ਫਿਰ ਨਿਆਂ ਇਹ ਬਣਦਾ ਏ ਕਿ 12 ਸਾਲ ਜਿਹੜੀ ਸਿਲ ਦੇ ਉੱਪਰ ਤੂੰ ਬੈਠਾ ਏ, ਹੁਣ ਤੂੰ ਸਿਲ ਬਣੇਗਾ ਤੇ ਉਹ 12 ਸਾਲ ਸਿਲ ਤੇਰੇ ਉੱਪਰ ਬੈਠੇਗੀ। ਜਿਹੜਾ ਭੇਡਾਂ ਬੱਕਰੀਆਂ ਚਾਰਨ ਵਾਲਾ ਸੀ ਉਹਨੂੰ ਪੁੱਛਿਆ ਤੂੰ? ਉਹ ਕਹਿੰਦਾ ਜੀ ਫਜ਼ਲ ਕਰੋ, ਤਰਸ ਕਰੋ, ਮੇਰੇ ਗੁਨਾਹਾਂ ਦੀ ਗਿਣਤੀ ਨਾ ਕਰਿਓ, ਮੈਂ ਬੜੇ ਵੱਡੇ ਅਵਗੁਣ ਕੀਤੇ ਆ, ਜੇ ਤੁਸੀਂ ਗਿਣਤੀ ਕਰ ਲੱਗ ਪਏ ਮੈਂ ਛੁੱਟ ਨਹੀਂ ਸਕਦਾ। ਖੁਦਾ ਕਹਿੰਦਾ ਜਾ ਤੈਨੂੰ ਬਖਸ਼ ਦਿੱਤਾ। ਪੀਰ ਧਾਹਾਂ ਮਾਰ ਕੇ ਰੋ ਪਿਆ, ਕਹਿੰਦਾ ਇਹ ਕੀ? ਕਹਿਣ ਲੱਗੇ ਨਿਆਂ ਤੇ ਫਿਰ ਇਹੀ ਹੈ, ਉਹਨੇ ਤਰਸ ਮੰਗਿਆ ਏ ਵੀ ਮੇਰੇ ਤੇ ਤਰਸ ਕਰੋ, ਉਹਦੇ ਤੇ ਤਰਸ ਕਰ ਦਿੱਤਾ ਏ। ਤੂੰ ਨਿਆਂ ਮੰਗਿਆ ਏ, ਜਿਹੜਾ ਨਿਆਂ ਮੰਗਦਾ ਏ। ਤੇ ਗੁਰੂ ਦੀ ਬਾਣੀ ਨੇ ਸਾਨੂੰ ਕੀ ਸਮਝਾਇਆ ਏ? ਗੁਰੂ ਦੀ ਬਾਣੀ ਨੇ ਸਮਝਾਇਆ, ਭਲਿਆ ਗੁਰੂ ਦੇ ਕੋਲ ਆ ਕੇ ਇਹ ਨਾ ਕਵੀ ਨਿਆਂ ਕਰੋ, ਗੁਰੂ ਦੇ ਕੋਲ ਆ ਕੇ ਆਖੀ ਲੇਖੈ ਕਤੇ ਨਾ ਛੂਟੀਐ, ਖਿਨ ਖਿਨ ਭੂਲਣਹਾਰ, ਬਖਸ਼ਣਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਜੇ ਸਾਡੇ ਔਗੁਣਾਂ ਦੇ ਲੇਖੇ ਗਿਣਤੀ ਕਰ ਲੱਗ ਪਿਆ ਤੇ ਮਹਾਰਾਜ ਅਸੀਂ ਤੇ ਛੁੱਟ ਹੀ ਨਹੀਂ ਸਕਦੇ, ਸਾਡਾ ਤੇ ਛੁਟਕਾਰਾ ਹੀ ਨਹੀਂ ਹੋ ਸਕਦਾ। ਜੇ ਤੂੰ ਸਾਡੇ ਗੁਨਾਹਾਂ ਨੂੰ ਗਿਣ ਲੱਗ ਪਿਆ, ਪਤਾ ਨਹੀਂ ਕਿੰਨੇ ਕੁ ਕੀਤੇ ਐ, ਇਸ ਕਰਕੇ ਸਾਡੇ ਤੇ ਫਜ਼ਲ ਕਰੀ, ਤਰਸ ਕਰੀ। ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਰਹਾਓ ਚਹੁ ਜੁਗਾਂ ਕਾ ਹੋਨ ਨਬੇੜਾ, ਨਰ ਮਨੁੱਖਾਂ ਨੂੰ ਏਕ ਨਿਧਾਨਾ। ਚਹੁ ਜੁਗਾਂ ਦਾ ਜਿਹੜਾ ਸੀ ਸਤਿਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ, ਹੁਣ ਇਹ ਨਬੇੜਾ ਕੀ ਕਰ ਦਿੱਤਾ? ਜਿਹੜੇ ਗੁਰਮੁਖ ਮਨੁੱਖ ਹੈ ਉਹਨਾਂ ਨੂੰ ਪਰਮਾਤਮਾ ਨੇ ਨਾਮ ਰੂਪੀ ਖਜ਼ਾਨਾ ਦਿੱਤਾ, ਕਿਉਂਕਿ ਜਤ ਸੰਜਮ ਤੀਰਥ ਉਹਨਾਂ ਯੁੱਗਾਂ ਕਾ ਧਰਮ ਹੈ। ਜਤ ਰੱਖਣੇ, ਆਪਣੇ ਸਰੀਰ ਨੂੰ ਵਿਕਾਰਾਂ ਵੱਲੋਂ ਰੋਕਣਾ, ਸੰਜਮ ਦੇ ਵਿੱਚ ਰਹਿਣਾ, ਤੀਰਥਾਂ ਦੇ ਉੱਪਰ ਭ੍ਰਮਣ ਕਰਨਾ, ਠਾਠਾਂ ਤੀਰਥਾਂ ਦਾ ਇਸ਼ਨਾਨ ਕਰਨਾ, ਇਹ ਉਹਨਾਂ 3 ਯੁੱਗਾਂ ਜਿਹੜੇ ਸੀ, ਪਹਿਲੇ ਯੁੱਗ ਬੀਤ ਚੁੱਕੇ, ਉਹਨਾਂ ਦਾ ਜਿਹੜਾ ਸੀ ਇਹ ਮਰਿਆਦਾ ਸੀ। ਉਹਨਾਂ ਦੇ ਵਿੱਚ ਸੀ ਜਤ ਰੱਖਣਾ, ਭਾਵ ਕਿ 25 ਸਾਲ ਦੀ ਉਮਰ ਤੱਕ ਜਤ ਰੱਖਣਾ, ਫਿਰ ਸੰਜਮ ਰੱਖਣਾ, ਵਿਕਾਰਾਂ ਵੱਲੋਂ ਸੰਕੋਚ ਰੱਖਣਾ, ਫਿਰ ਤੀਰਥਾਂ ਦਾ ਭ੍ਰਮਣ ਕਰਨਾ, ਦਾਨ ਪੁੰਨ ਕਰਨੇ। ਇਹ ਉਹਨਾਂ ਯੁੱਗਾਂ ਦੇ ਵਿੱਚ ਜਿਹੜੀ ਇਹ ਮਰਿਆਦਾ ਸੀ। ਪਰ ਕਲਯੁੱਗ ਦੇ ਵਿੱਚ ਕੀ ਕਾਲਮ ਹੈ? ਕੀਰਤ ਹਰ ਨਾਮਾ। ਇਸ ਕਲੇ ਭਰੇ ਸੰਸਾਰ ਦੇ ਅੰਦਰ, ਇਹ ਚੱਲ ਰਹੇ ਸਮੇਂ ਦੇ ਅੰਦਰ ਪਰਮਾਤਮਾ ਦੀ ਸਿਫਤ ਸਲਾਹ ਦੇ ਨਾਲ ਵਡਿਆਈ ਮਿਲਦੀ ਹੈ। ਜਿਹੜੇ ਰੱਬ ਦੀ ਵਡਿਆਈ ਕਰਦੇ, ਸੰਗਤ ਵਿੱਚ ਬੈਠ ਕੇ ਗੁਰੂ ਦਾ ਸਿਮਰਨ ਕਰਦੇ ਆ, ਰੱਬ ਦੀ ਯਾਦ ਵਿੱਚ ਜੁੜਦੇ ਆ, ਉਹਦੇ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਦੇ ਆ, ਉਹਨਾਂ ਤੇ ਬਖਸ਼ਿਸ਼ਾਂ ਹੁੰਦੀਆਂ ਨੇ। ਤੇ ਸਤਿਗੁਰੂ ਜੀ ਕਿਰਪਾ ਕਰਦੇ, ਜੁਗ ਜੁਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਨਾ। ਉਹਨਾਂ ਪੁਰਾਨਾਂ ਨੂੰ ਸੋਧ ਕੇ ਪੜ੍ਹ ਕੇ ਦੇਖੋ, ਉਹਨਾਂ ਧਰਮ ਜਿਹੜੇ ਸੀ ਯੁੱਗ ਜਿਹੜੇ ਬੀਤ ਚੁੱਕੇ ਹੈ, ਉਹਨਾਂ ਦੀ ਆਪੋ ਆਪਣੀ ਮਰਿਆਦਾ ਸੀ। ਗੁਰਮੁਖ ਜਿਨੀ ਧਿਆਇਆ ਹਰ ਹਰ, ਪਰ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਕੇ ਸਾਰਿਆਂ ਨੂੰ ਹਰੇ ਪਰੇ ਕਰਨ ਵਾਲੇ ਪਰਮਾਤਮਾ ਦਾ ਸਿਮਰਨ ਕਰਦੇ ਹੈ, ਜਗ ਤੇ ਪੂਰੇ ਪ੍ਰਵਾਨਾ। ਇਸ ਜਗਤ ਦੇ ਵਿੱਚ ਉਹੀ ਪ੍ਰਵਾਨ ਹੁੰਦੇ ਹੈ, ਉਹੀ ਗੁਰੂ ਘਰ ਦੇ ਵਿੱਚ ਪ੍ਰਵਾਨ ਹੁੰਦੇ ਹੈ, ਜਿਹੜੇ ਸੰਗਤ ਵਿੱਚ ਆ ਕੇ ਸਿਮਰਨ ਕਰਦੇ ਹੈ, ਜਿਹੜੇ ਸੰਗਤ ਵਿੱਚ ਆ ਕੇ ਰੱਬ ਦੇ ਨਾਮ ਨਾਲ ਜੁੜਦੇ ਹੈ, ਜਿਹੜੇ ਸੰਗਤ ਵਿੱਚ ਆ ਕੇ ਗੁਰੂ ਦੀ ਬਾਣੀ ਨਾਲ ਜੁੜਦੇ ਹੈ। ਤੇ ਸਾਹਿਬ ਕਿਰਪਾ ਕਰਦੇ, ਕਹਿਤ ਨਾਨਕ ਸੱਚੇ ਸਿਉ ਪ੍ਰੀਤ ਲਾਏ। ਤੀਸਰੇ ਨਾਨਕ ਗੁਰੂ ਅਮਰਦਾਸ ਜੀ ਕਿਰਪਾ ਕਰਦੇ ਹੈ, ਜਿਹੜੇ ਸਦਾ ਇੱਥੇ ਰਹਿਣ ਵਾਲੇ ਪਰਮਾਤਮਾ ਦੇ ਨਾਮ ਦੇ ਨਾਲ ਸੁਰਤ ਜੋੜਦੇ ਨੇ। ਚੂਕੈ ਮਨ ਅਭਿਮਾਨਾ, ਉਹਨਾਂ ਦੇ ਮਨ ਦਾ ਜਿਹੜਾ ਹੰਕਾਰ ਨਾਲ ਭਰਿਆ ਪਿਆ ਸੀ ਉਹ ਫਿਰ ਖਤਮ ਹੋ ਗਿਆ, ਉਹਨਾਂ ਦੇ ਮਨ ਦੇ ਵਿੱਚੋਂ ਹੰਕਾਰ ਮੁੱਕ ਗਿਆ। ਚੂਕੈ ਮਨ ਅਭਿਮਾਨਾ, ਕਹਿਤ ਸੁਣਤ ਸਭੇ ਸੁਖ ਪਾਵੈ। ਹੁਣ ਗੁਰੂ ਦੀ ਬਾਣੀ ਦੇ ਵਿੱਚ ਬਖਸ਼ਿਸ਼ਾਂ ਕਿਹੜੀਆਂ ਨੇ? ਸਾਹਿਬ ਕਹਿੰਦੇ ਕਹਿਤ ਕਹਿਣ ਵਾਲੇ ਤੇ ਸੁਣਤ ਸੁਣਨ ਵਾਲੇ। ਜਿਹੜੇ ਸੰਗਤ ਵਿੱਚ ਆ ਕੇ ਗੁਰੂ ਦੀ ਬਾਣੀ ਨੂੰ ਕਹਿੰਦੇ ਆ ਤੇ ਜਿਹੜੇ ਗੁਰੂ ਦੀ ਬਾਣੀ ਨੂੰ ਸੁਣਦੇ ਆ, ਸੁਖ ਪਾਵੇ,
ਉਹ ਗੁਰੂ ਦੇ ਘਰ ਦੇ ਵਿੱਚੋਂ ਸੁੱਖ ਦੀ ਪ੍ਰਾਪਤੀ ਕਰਦੇ ਹੈ। ਕਹਿਤ ਸੁਣਤ ਸਭੇ ਸੁਖ ਪਾਵੈ, ਮਾਨਤ ਪਾਹੇ ਨਿਧਾਨਾ। ਤੇ ਜਿਹੜੇ ਗੁਰੂ ਦੀ ਬਾਣੀ ਨੂੰ ਮੰਨ ਲੈਂਦੇ ਹੈ, ਭਾਵ ਕਿ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰਦੇ ਹੈ, ਉਹ ਫਿਰ ਗੁਰੂ ਘਰ ਦੇ ਵਿੱਚੋਂ ਗੁਣਾਂ ਦਾ ਖਜ਼ਾਨਾ ਪ੍ਰਾਪਤ ਕਰ ਲੈਂਦੇ ਹੈ, ਚੰਗੇ ਗੁਣਾਂ ਵਾਲੇ ਬਣ ਜਾਂਦੇ ਹੈ। ਇਸ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਕਿ ਜਿਹੜੇ ਗੁਰੂ ਦੀ ਬਾਣੀ ਕਹਿਣਗੇ, ਪੜ੍ਹਨਗੇ, ਜਿਹੜੇ ਗੁਰੂ ਦੀ ਬਾਣੀ ਸੁਣਨਗੇ, ਜਿਹੜੇ ਗੁਰੂ ਦੀ ਬਾਣੀ ਨੂੰ ਪੜ੍ਹ ਕੇ ਤੇ ਸੁਣ ਕੇ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰਨਗੇ, ਉਹਨਾਂ ਨੂੰ ਸੁੱਖ ਵੀ ਮਿਲੇਗਾ ਤੇ ਉਹਨਾਂ ਨੂੰ ਗੁਰੂ ਘਰੋਂ ਰੱਬੀ ਗੁਣਾਂ ਦਾ ਖਜ਼ਾਨਾ ਵੀ ਪ੍ਰਾਪਤ ਹੋਵੇਗਾ। ਇਹ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਕਿਰਪਾ ਕੀਤੀ ਹੈ। ਸਤਿਗੁਰੂ ਜੀ ਰਹਿਮਤ ਕਰਨ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਦਰੋਂ ਕਰੋ ਨਾਮਦਾਨ ਗੁਰਸਿੱਖੀ ਵਾਲੇ ਜੀਵਨ ਬਖਸ਼ਣ, ਜਿਸ ਸਦਕਾ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ 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 ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਸਤਨਾਮ ਵਾਹਿਗੁਰੂ, ਸਤਨਾਮ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।